बहुत सारे मसले हल होए होया कि नहीं होए है ना होया ना बाकी स्टेट दी जो इनकम बढ़ती जाऊगी थोड़े मसले सारे हल कर मैं कहना थोड़ी उम्मीद कदे टुटन नहीं दूंगा लड़दा मैं पता की एक लारा लाया आज तक 17 साल जो जबान दी है खड़े आप कमेंटमेंट भी देखते रहने होने क्योंकि सीएम ਨਾਲ ਲਾਈਵ ਜਿਹੜੀ ਥੋੜੀ ਚੱਲਦੀ ਹੈ ਉਹ ਵੀ ਦੇਖਦੇ ਰਹਿੰਦੇ ਕਮੈਂਟ ਇੰਨੇ ਕਮੈਂਟ ਕਰਦਾ ਮੈਂ ਕਹਿੰਦਾ ਕਦੋਂ ਕਮੈਂਟ ਸਾਡੇ ਵੀ ਪੁੱਤਰ ਸੱਚ ਤੇ ਪਹਿਰਾ ਦੇਣਾ ਜਿਹੜਾ ਨਾ ਔਖਾ ਜ਼ਰੂਰ ਆ ਪਰ ਅਖੀਰ ਦੇ ਵਿੱਚ ਫਲਦਾ ਹੀ ਸਿੱਧ ਹੁੰਦਾ सर देखो कोई वाली टाइम थोड़ा कीमती होगा वो मेरा टाइम थोड़े खातिर ही है गानो आज ना तेरी शक्ल तो दिखे उरे हां हुन पता लग गया केपीसी ने कोई फैल होई आज पास करा दो तो कल ਨੂੰ ਬਸਾਣਾ ਕੰਮ ਨਹੀਂ ਚੱਲੇ ਉਤਰਾ ਮੇਰੀ ਗੱਲ ਨੂੰ ਸੁਣ ਹੱਥ ਬਿਲਕੁਲ ਨਹੀਂ ਜੋੜਨੇ ਜਮਾਂ ਨਹੀਂ ਜੋੜਨੇ ਇਹ ਤੁਹਾਡਾ ਹੱਕ ਹੈ ਇਹ ਤੁਹਾਡਾ ਅਧਿਕਾਰ ਹੈ ਮੌਲਿਕ ਹੱਕ ਨੇ ਤੁਹਾਡੇ ਤੇ ਕੋਈ ਨਹੀਂ ਖੋ ਸਕਦਾ ਪੁੱਤਰ ਮੇਰੀ ਗੱਲ ਨੂੰ ਸਮਝ ਲੈ ਤੁਸੀਂ ਐਤਕੀ ਪੰਜਾਬ ਖਾਤਰ ਲੜਨਾ ਪੂਰਾ ਲੜਾਂਗੇ ਸਰ ਨਾਲ ਖੜੇ ਆਈ ਤਾਰੂਣਾ ਜੀ ਅਸੀਂ ਸਾਰੇ ਖਾਤਰ ਲੜਾਂਗੇ ਤੁਸੀਂ ਸਾਡੇ ਖਾਤਰ ਗੱਲ ਨੂੰ ਸੁਣੋ ਮੇਰੇ ਲਈ ਸਾਰੇ ਪੰਜਾਬ ਦੇ ਵਿੱਚ ਤੁਸੀਂ ਹਿੱਸਾ ਹੋ ਜਦ ਤੱਕ ਸਰਕਾਰਾਂ ਕਾਕਾ ਚੁੱਪ ਕਰੀ ਹੁਣ ਗੱਲ ਕਰ ਲੈਣ ਯਾਰ ਕੋਈ ਤਾਲਾ ਖੁੱਲਦਾ ਨਹੀਂ ਤਾਂ ਕੋਈ ਗੱਲ ਨਹੀਂ ਸਰ ਦੇਖੋ ਜਦ ਤੱਕ ਸਰਕਾਰਾਂ ਤੁਹਾਨੂੰ ਹਿੱਸੇਦਾਰ ਨਹੀਂ ਬਣਾਉਂਦੀਆਂ ਸੱਤਾ ਦਾ ਹਿੱਸੇਦਾਰ ਤੇ ਸੱਤਾ ਦਾ ਭਾਗੀਦਾਰ ਨਹੀਂ ਬਣਾਉਂਦੀਆਂ ਉਦੋਂ ਤੱਕ ਸਰਕਾਰ ਨਹੀਂ ਕਹੂਗੀ ਉਹ ਕਦੋਂ ਹੋਊਗਾ ਜਦੋਂ ਤੁਹਾਡੇ ਦਿੱਤੇ ਟੈਕਸਾਂ ਦੇ ਪੈਸੇ ਤੁਹਾਡੇ ਕੋਲ ਦੁੱਗਣੇ ਤਿੱਗਣੇ ਹੋ ਕੇ ਵਾਪਸ ਆਉਣਗੇ ਭਾਵੇਂ ਕਿਸੇ ਸੜਕ ਦੇ ਰੂਪ ਚ ਹੋਣ ਭਾਵੇਂ ਕਿਸੇ ਸਕੂਲ ਦੇ ਰੂਪ ਚ ਹੋਣ ਤੁਹਾਡੇ ਬੱਚਿਆਂ ਖਾਤਰ ਤੇ ਭਾਵੇਂ ਤੁਹਾਡੀਆਂ ਤਨਖਾਹਾਂ ਦੇ TADA ਦੇ ਰੂਪ ਚ ਹੋਣ ਮੈਂ ਤੇ ਪੇ ਕਮਿਸ਼ਨ ਦੀ ਵੀ ਗੱਲ ਕਰਦਾ ਜੇ ਸਰਕਾਰ ਦੀ ਔਰ ਸਟੇਟ ਦੀ ਪਹਿਲੀਆਂ ਸਰਕਾਰਾਂ ਜਿਹੜੀਆਂ 25 ਸਾਲ ਰਾਜ ਕਰਦੀਆਂ ਨੇ ਕਿਸੇ ਤੇ ਉਂਗਲ ਨਹੀਂ ਚੱਕ ਰਿਹਾ ਪਰ ਜਿਹੜੀਆਂ 25 ਸਾਲ ਰਾਜ ਕਰਦੀਆਂ ਰਹੀਆਂ ਉਹਨਾਂ ਤਬਾਹ ਕਰਤਾ ਸਟੇਟ ਦਾ ਖਜ਼ਾਨਾ ਜੀ ਸਰ ਸਮਝ ਨਹੀਂ ਪੱਲੇ ਵੀ ਧੇਲਾ ਕਰਦੀ ਮੇਲਾ ਜੀ ਜਦੋਂ ਤੱਕ ਵਿੱਤੀ ਪਰਿਸਥਿਤੀ ਬੇਟਾ ਠੀਕ ਹੁੰਦੀ ਨਹੀਂ ਜੀ ਮੈਂ ਕਿਹਾ ਨਾ 1000 ਕਰੋੜ ਰੁਪਇਆ ਚਾਹੀਦਾ ਸਾਰੇ ਦੇ ਸਾਰੇ ਟੀਚਰ ਜਿੰਨੇ ਟੀਚਰ ਉਹ ਸਾਰੇ ਘਰੇ ਜਾ ਸਕਦੇ ਜੀ 1000 ਕਰੋੜ ਤੇ ਟੋਟਲ 2 ਤੋਂ 3000 ਕਰੋੜ ਜਿਹੜੇ ਇੱਕ ਵੀ ਧਰਨਾ ਨਹੀਂ ਲੱਗੂ ਪੰਜਾਬ 'ਚ ਜੀ ਸਹੀ ਹੈ ਇਹ ਪ੍ਰੋਬਲਮ ਹੈ ਇਹਨੂੰ ਸਮਝੋ ਪਰ ਕਿਸੇ ਦੇ ਕੋਲ ਕੋਈ ਨੋਟ ਛਾਪਣ ਦੀ ਮਸ਼ੀਨ ਤਾਂ ਨਹੀਂ ਹੈ ਨਾ ਪੁੱਤਰ ਨਹੀਂ ਹੈ ਨਾ ਮਸ਼ੀਨ ਤੇ ਹੈ ਨਹੀਂ ਇਹ ਕਿਤੋਂ ਆਉਣੇ ਆ ਪੈਸੇ ਤੇ ਕਿਤੇ ਲੱਗਣੇ ਆ ਨਹੀਂ ਹੈ ਨਾ ਕਿਤੋਂ ਆਉਣੇ ਆ ਤੇ ਕਿਤੋਂ ਲੱਗਣੇ ਆ ਤੇ ਜਾਂ ਤੇ ਫਿਰ ਕਰਜ਼ੇ ਨਾਲ ਆਉਣਗੇ ਜਾਂ ਤੁਹਾਡੇ ਟੈਕਸਾਂ ਨਾਲ ਆਉਣਗੇ ਜਾਂ ਸਟੇਟ ਦੀ ਇਨਕਮ ਚੋਂ ਆਉਣਗੇ ਤੇ ਇਨਕਮ ਕਿੱਥੋਂ ਆਉਂਦੀ ਹੈ ਪੁੱਤਰ ਰੇਤੇ ਚੋਂ ਰੇਤਾ ਖਾ ਕੇ ਪਹਾੜ ਦੇ ਪਹਾੜ ਠੀਕ ਹੈ ਨਹੀਂ ਕਿੱਥੋਂ ਆਉਣੀ ਹੈ ਸ਼ਰਾਬ ਜੋ ਮੈਂ ਹੱਕ 'ਚ ਨਹੀਂ ਪਰ ਜੇ ਸ਼ਰਾਬ ਦੇ ਪੈਸੇ ਨਾ ਵਿਕਦੇ ਆ ਤਾਂ ਫਿਰ ਖਜ਼ਾਨੇ 'ਚ ਆਉਣ ਇਹੀ ਜੇ 25-30 ਹਜ਼ਾਰ ਕਰੋੜ ਰੁਪਈਆ ਖਜ਼ਾਨੇ 'ਚ ਆਵੇ ਤਾਂ 2-3 ਹਜ਼ਾਰ ਕਰੋੜ ਰੁਪਈਆ ਤੁਹਾਡੀਆਂ ਤਨਖਾਹਾਂ ਤੋਂ ਚਲੇ ਜੇ ਖੁਸ਼ਹਾਲੀ ਹੋਵੇ ਜੀ ਚਾਰੇ ਪਾਸੇ ਜੀ ਕੌਣ ETT ਟੀਚਰ ਦੱਸ ਮੈਨੂੰ ਕਹੂਗਾ ਵੀ ਮੈਂ 10000 ਦੇ ਵਿੱਚ ਗੁਜ਼ਾਰਾ ਕਰਾਂ ਜਦ ਵਿਆਹ ਹੁੰਦਾ ਅਗਲੇ ਦਾ 10000 ਦਾ ਗੁਜ਼ਾਰਾ ਹੁੰਦਾ ਨਹੀਂ ਹੁੰਦਾ ਹੈ ਤੇ ਫਿਰ ਕੁਆਲਿਟੀ ਆਫ ਐਜੂਕੇਸ਼ਨ ਕਿਵੇਂ ਆਉ ਨਹੀਂ ਸਮਝਿਆ ਬੇਟਾ ਇਹੀ ਗੱਲਾਂ ਕਰਦੇ ਆ ਔਰ ਇਹੀ ਸਾਡੀ ਸਰਕਾਰ ਵੀ ਲੱਗੀ ਹੈ ਸਰ ਮੈਂ ਬਾਰ-ਬਾਰ ਕਹਿਣਾ ਵੀ ਅਗਲੇ 5 ਸਾਲ ਜੇ ਚਲਾਵਾਂਗੇ ਤੇ ਇਨਕਮ ਤੇ ਚਲਾਵਾਂਗੇ ਤੁਹਾਡੇ ਨਾਲ ਸਰ ਪਲ ਤੁਹਾਡੇ ਔਰ ਤੁਸੀਂ ਪੁੱਛੋ ਇਹ ਸਵਾਲ ਵੀ ਭਾਈ ਮੈਨੂੰ ਇੱਕ ਗੱਲ ਦੱਸੋ ਇਹ ਜਿਹੜੀਆਂ ਸਾਨੂੰ ਤੁਸੀਂ ਤਨਖਾਹ ਨਹੀਂ ਦਿੰਦੇ ਪੇ ਕਮਿਸ਼ਨ 5 ਸਾਲ ਮਿਲਣਾ ਚਾਹੀਦਾ DA ਜਿਹੜੇ ਨੇ ਉਹ 5 ਸਾਲ ਮਿਲਣੇ ਚਾਹੀਦੇ ਕਿਉਂ 2 ਮਹੀਨਿਆਂ 'ਚ ਮਿਲਦੇ 3 ਮਹੀਨੇ 'ਚ ਕਿਉਂ ਮਿਲਦੇ ਭਾਈ ਇਹ ਸਵਾਲ ਨੇ ਜਿਹੜੇ ਤੁਹਾਨੂੰ ਪੁੱਛਣੇ ਚਾਹੀਦੇ ਨੇ ਨਾ ਕਿ ਆਖਰੀ ਮਹੀਨਿਆਂ ਦੇ ਵਿੱਚ ਆ ਕੇ 2 ਮਹੀਨਿਆਂ ਦੇ ਵਿੱਚ ਆ ਕੇ ਕਿਤੇ ਜਾ ਕੇ ਉੱਥੇ ਬਸਤੀ 'ਚ ਖੜ ਕੇ ਆ ਲੋ ਜੀ ਦਾਰੂ ਵੰਡਤੀ ਪ੍ਰਧਾਨ ਜੀ ਇਹਦੀਆਂ ਜਿਹੜੀਆਂ ਗੱਲਾਂ ਮਤਲਬ ਜੀ ਇਹ ਤਾਂ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਗੱਲ ਹੈ ਤੁਹਾਡੀ ਪਰ ਜਿਹੜੀ ਉਹਨਾਂ ਦਾ ਮਸਲਾ ਹੈ ਮੈਂ ਦੇਖ ਰਿਹਾ ਉਹ ਜਿਹੜਾ ਮਸਲਾ ਕੀ ਹੈ ਜੀ ਤੁਹਾਡੇ ਆਪਣੇ ਪੰਜਾਬ ਗਵਰਨਮੈਂਟ ਦਾ ਸਾਰੇ ਅਗੇਤ ਆਧਾਰ ਇਹਨਾਂ ਦੇ ਪੈਸੇ ਨੇ ਇਹਨਾਂ ਦੇ ਪੈਸੇ ਨਹੀਂ ਅਗੇਤ ਆਧਾਰ ਤੇ ਨੌਕਰੀਆਂ ਦੇ ਰਹੇ ਆ ਬਿਜਲੀ ਬੋਰਡ ਕਿਉਂ ਨਹੀਂ ਇਹਨਾਂ ਨੂੰ ਨੌਕਰੀ ਦੇ ਰਿਹਾ ਦੇਖੋ ਜਿਹੜਾ ਪੰਜਾਬ ਗਵਰਨਮੈਂਟ ਨੇ ਕੋਈ ਰੋਕਿਆ ਨਹੀਂ ਹੈਗਾ ਕੋਈ ਰੋਕ ਨਹੀਂ ਲੱਗੀ ਇਹ ਬਿਜਲੀ ਬੋਰਡ ਨੇ ਲਾਈ ਆ ਇਹ ਵਿਚਾਰੇ 2 ਮਹੀਨੇ ਹੋ ਗਏ ਉੱਪਰ ਬੈਠਿਆਂ ਨੂੰ ਇਹਨਾਂ ਦੀ ਜਿਹੜੀ ਇਹਨਾਂ ਨੂੰ ਨੌਕਰੀ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਹੱਕ ਇਹਨਾਂ ਦਾ ਬਣਦਾ ਸੁਣੇਗਾ ਹੱਕ ਤੇ ਬਹੁਤ ਬਣਦਾ 1 ਲੱਖ ਨੌਕਰੀ ਖਾਲੀ ਪਈ ਕਿਉਂ ਨਹੀਂ ਭਰੀ ਸਰ ਜਿਹੜੇ ਆਪਣੇ ਵਾਰਸ ਗਵਾ ਬੈਠੇ ਉਹ ਬੈਠੇ ਆ ਜੀ ਇਹ ਤਾਂ ਇੱਛਾ ਸ਼ਕਤੀ ਦਾ ਸਵਾਲ ਹੈ ਜੀ ਨਹੀਂ ਇੱਕ ਟ੍ਰੈਂਡ ਚੱਲ ਪਿਆ ਸਰ ਪ੍ਰਧਾਨ ਜੀ ਸੁਣੋ ਗੱਲਬਾਤ ਤੁਸੀਂ ਜਾਣਾ ਲੋਕਾਂ ਦੇ ਵਿੱਚ
ਅਸੀਂ ਇਹ ਵੀ ਭੁੱਲ ਗਏ, ਕੋਈ ਬੰਦਾ ਇਹ ਭੁੱਲਦਾ ਹੁੰਦਾ ਵੀ ਮੈਂ ਜਿਹੜੇ ਘਰ ਦੇ ਵਿੱਚ ਜੰਮਿਆ, ਮੇਰਾ ਜਨਮ ਹੋਇਆ ਇੱਥੇ। ਤੁਸੀਂ ਇਹੋ ਜੀ ਮੈਨੇਜਮੈਂਟ ਬਹਾਲਦੀ ਹੈ ਜਿਹੜੀ ਇੱਕ ਇੱਕ ਮਹੀਨੇ 'ਚ 10 ਸਮਝੌਤੇ ਕਰਦੀ ਹੈ, 10 ਵਾਰ ਮੁੱਕਰਦੀ ਹੈ। 10 ਵਾਰ ਮੁੱਕਰਦੀ ਹੈ। 31 ਤਰੀਕ ਨੂੰ ਇਹ ਬੰਦੇ ਉੱਤੇ ਬੈਠੇ ਹੁਣ ਮਰਨ ਬੱਤ ਤੇ ਆ ਗਏ ਤਾਂ ਜ਼ਿੰਮੇਵਾਰ ਕੌਣ ਹੈ? ਆਰਮੀ ਪਾਂਡਵ ਜ਼ਿੰਮੇਵਾਰ ਹੈ ਤੇ ਚੇਅਰਮੈਨ ਜ਼ਿੰਮੇਵਾਰ ਹੈ। ਪਹਿਲੀ ਵਾਰ 47 ਤੋਂ ਬਾਅਦ ਡੀਏ ਜਾਮ ਹੋਇਆ ਪੰਜਾਬ ਦੇ ਮੁਲਾਜ਼ਮਾਂ ਦਾ, ਔਰ ਅਸੀਂ ਅੱਜ ਉੱਥੇ ਬੈਠੇ ਹਾਂ 2011 ਦੇ ਦਸੰਬਰ 2011 ਦੇ ਉੱਤੇ। ਤੁਸੀਂ ਸਾਡੀਆਂ ਕਾਪੀਆਂ ਚੱਕ ਕੇ ਦੇਖੋ, ਕਾਲੀਆਂ ਹੋਈਆਂ ਵੀ, ਤਾਂ ਡੇਟਾਂ ਵੀ ਭੁੱਲ ਗਿਆ ਕਿੰਨੇ ਸਮਝੌਤੇ ਕੀਤੇ। ਇੰਨੀ ਢੀਠਤਾਈ ਦੇ ਨਾਲ ਗੱਲ ਕਰ ਰਹੇ ਆ ਇਹ ਛੋਟੇ ਭਾਈ। ਸਾਰੀ ਮੈਨੇਜਮੈਂਟ ਨੇ, ਇੱਕ ਨਹੀਂ ਜੀ, ਸਾਰੀ ਮੈਨੇਜਮੈਂਟ ਨੇ। ਤੁਸੀਂ ਹੈਰਾਨ ਹੋ ਜਾਓ ਕਿ 32 ਸਾਲ ਬਾਅਦ ਕਿਸੇ ਬੰਦੇ ਦੀ ਇੱਕ ਕੈਟਾਗਰੀ ਤੇ ਲੱਗੀ ਹੋਈ ਦੀ ਪ੍ਰਮੋਸ਼ਨ ਹੋਵੇ ਤਾਂ ਕੀ ਦੱਸੂਗਾ ਆਪਣੇ ਜਵਾਕਾਂ ਨੂੰ ਜਾ ਕੇ? 32 ਸਾਲ ਬਾਅਦ ਜੇ ਉਹ ਹੋਈਆਂ ਤਾਂ ਜਾ ਕੇ ਤੁਸੀਂ ਹੈਰਾਨ ਮੰਨੋਗੇ, ਕਿਸੇ ਤੇ 3 ਸਾਲ ਦੀ ਕੰਡੀਸ਼ਨ, ਕਿਸੇ ਤੇ 2 ਸਾਲ ਦੀ ਕੰਡੀਸ਼ਨ, ਕਿੱਧਰ ਨੂੰ ਜਾਊ ਬੰਦਾ? 2 ਦਿਨ ਹੋ ਗਏ ਗੇਟ ਜਾਮ ਹੋਏ ਨੂੰ। 31 ਤਰੀਕ ਨੂੰ ਮੈਨੇਜਮੈਂਟ ਨੇ ਕਿਹਾ ਸੌਹਾਂ ਖਾ ਲੈਣੇ ਅਸੀਂ, ਜਿਵੇਂ ਕਹਿੰਦੇ ਨਾ ਵੀ ਮੈਂ ਹੱਥ 'ਚ ਫੜ ਕੇ ਸਹੁੰ ਖਾਨਾ, ਉਹ ਗੱਲ ਕੀਤੀ। 31 ਤੋਂ ਬਾਅਦ ਅੱਜ ਤੱਕ ਨਹੀਂ ਬੁਲਾਏ, ਨਾ ਕੋਈ ਪਾਲਿਸੀ ਤਿਆਰ, ਨਾ ਕੋਈ ਮੈਟਰ ਤਿਆਰ। ਉਹ ਸਗੋਂ ਇੱਥੋਂ ਦਾ ਕਹਿਤਾ ਤੁਸੀਂ 5-4 ਜਣੇ ਆਓ ਤੁਹਾਨੂੰ ਦੇ ਦਿੰਦੇ ਆ ਨੌਕਰੀ। ਇਸ ਤਰ੍ਹਾਂ ਸੌਦੇ ਹੋ ਰਹੇ ਆ। ਸੌਹਾਂ ਤਾਂ ਤੁਹਾਡੇ ਪਿਛਲੇ ਚੀਫ ਮਿਨਿਸਟਰ ਨੇ ਵੀ ਖਾਧੀਆਂ। ਉਹ ਸਾਡੇ ਸੌਹਾਂ ਸਾਰੀ ਖਾ ਰਿਹਾ, ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ। ਸਾਡੇ ਲਈ ਕੋਈ ਫਰਕ ਨਹੀਂ ਜੀ। ਦੇਖੋ ਪਹਿਲਾਂ ਕੈਪਟਨ ਸਾਹਿਬ ਨੇ ਹੱਥ ਖਾ ਗੁਟਕਾ ਫੜ ਲਿਆ ਜੀ, ਹੁਣ ਚੰਡੀ ਤੇ ਕੈਪਟਨ ਦਾ ਕੀ ਫਰਕ ਹੈ ਸਾਡੇ ਲਈ? ਸਾਡੇ ਲਈ ਤਾਂ ਸਾਰਾ ਇੱਕੋ ਸਮਾਨ ਹੈ। ਸਾਨੂੰ ਤਾਂ ਇੰਨਾ ਆ ਗਿਆ ਵੀ ਕਿਸੂਆ ਲੱਗਿਆ ਸੀ, ਉਹ ਬੜਾ ਹੋ ਗਿਆ, ਇਹ ਛੋਟਾ, ਹੁਣ ਉਹਦੀ ਵਾਰੀ ਆ ਗਈ ਹੈ। ਇਸ ਕਰਕੇ ਕਹਿ ਰਹੇ ਹਾਂ ਅਸੀਂ ਅੱਤ ਦਰਜੇ ਦੀ ਨਿਰਾਸ਼ਤਾ ਦੇ ਵਿੱਚੋਂ ਕੱਖ ਵੀ ਨਹੀਂ ਦਿੱਤਾ, ਕੱਖ ਵੀ। ਕੋਈ ਐ ਤਾਂ ਹੋਵੇ ਨਾ ਉਡਾਣੇ ਤੁਸੀਂ ਸ਼ੁਰੂ ਕਰ ਲਈਏ ਵੀ ਆਹ ਦੇਤਾ ਦੀ, ਜਦ ਇੱਥੇ ਜਾ ਕੇ ਬਹਿਸ ਕਰ ਲੈਂਦੇ ਆ। ਇੱਕ ਨਵਾਂ ਪੈਸਾ ਜੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ, ਪੰਜਾਬ ਸਰਕਾਰ ਦੇ ਨਹੀਂ ਚੱਲੀ। ਮਨਪ੍ਰੀਤ ਬਾਦਲ ਨੇ ਇੰਨੀਆਂ ਲੱਤਾਂ ਤੋੜਤੀਆਂ ਉਹਦੀਆਂ, ਪੇ ਕਮਿਸ਼ਨ ਨੇ ਨਹੀਂ ਖੜ ਸਕਦਾ। ਜਿਹੜੀ ਰਿਪੋਰਟ ਪੇ ਕਮਿਸ਼ਨ ਦੀ ਦਿੱਤੀ ਗਈ ਹੈ, ਜੋ ਸਾਨੂੰ ਕਿਹਾ ਗਿਆ, ਜੋ ਸਾਡਾ ਰਾਈਟ ਸੀ, ਸਾਡਾ ਤਾਂ 20% ਕੱਟ ਲਿਆ ਸੀ। ਪੇ ਕਮਿਸ਼ਨ ਨੂੰ ਕੀ ਚੱਕਾਂਗੇ ਦੱਸੋ? ਪੇ ਕਮਿਸ਼ਨ ਦੰਦਾ ਹੁੰਦਾ ਕਿ ਲੰਦਾ ਹੁੰਦਾ ਕਿਸੇ ਤੋਂ? ਮੈਂ ਕਿਹਦੇ ਖਾਤਰ ਲੜਦਾ? ਤੁਹਾਡੇ ਖਾਤਰ ਹੀ ਲੜਦਾ, ਪੇ ਕਮਿਸ਼ਨ ਖਾਤਰ ਹੀ ਲੜਦਾ। ਲੜੋ ਸਾਡੇ ਮੈਂ ਧਰਨੇ ਤੇ ਖੜ ਕੇ ਇਹੀ ਗੱਲਾਂ ਕਰਦਾ। ਕਿਉਂ ਪਹਿਲਾਂ ਇਸ ਗੱਲ ਨੂੰ ਸਮਝ ਛੋਟੇ ਭਾਈ, ਮੈਂ ਇਹਨਾਂ ਨੂੰ ਇਹੀ ਸਮਝਾਉਣਾ ਆ। ਦੇਖੋ ਮੈਂ ਤੁਹਾਨੂੰ ਫੇਰ ਦੁਬਾਰਾ ਗੱਲ ਕਰ ਰਿਹਾ, ਮੈਂ ਇੱਥੇ ਲੀਡ ਵੀ ਕਰਨੀ ਹੈ ਜੀ ਸਰ। ਮੈਂ ਤੁਹਾਨੂੰ ਸਮਝਾਉਣਾ ਹੈ ਜੀ ਸਰ। ਪੇ ਕਮਿਸ਼ਨ ਸਰਕਾਰ ਨੇ ਦਿੱਤਾ, ਸੈਂਟਰ ਦੀ, ਠੀਕ ਹੈ, 5 ਸਾਲ ਲਈ ਦਿੱਤਾ। ਤੁਹਾਨੂੰ ਹਜੇ ਤੱਕ ਡੀਏ ਨਹੀਂ ਮਿਲੇ। ਕਿਉਂ ਨਹੀਂ ਮਿਲੇ ਬਈ? ਸਰ ਸਾਡਾ ਇਹੀ ਕਾਰਨ ਨੇ ਨਾ ਜੋ ਮੈਂ ਕਹਿ ਰਿਹਾ। ਸਰ ਜਿਹੜੀ ਉਹਨਾਂ ਦੀ ਗੱਲ ਉਹ ਕਰੋ, ਜਿਹੜਾ ਡੀਏ ਵਾਲੀ ਗੱਲ, ਉਹਨਾਂ ਨੂੰ ਤਾਂ ਵਿਚਾਰੇ ਨੌਕਰੀ ਨਹੀਂ ਮਿਲੀ, ਡੀਏ ਕੀ ਲੈਣਾ ਜੀ? ਮੈਨੂੰ ਪਤਾ ਉਹਨਾਂ ਨੂੰ ਡੀਏ ਦੀ ਲੋੜ ਨਹੀਂ, ਉਹਨਾਂ ਨੂੰ ਨੌਕਰੀ ਦਵਾਓ। ਨੌਕਰੀ 1 ਲੱਖ ਨੌਕਰੀ ਖਾਲੀ ਹੋਈ। ਸਾਨੂੰ ਮੈਂ ਸੁਣੇਗਾ ਇੰਨਾ ਕੁ ਸਵਾਲ ਕਰੋ ਵੀ 2 ਮਹੀਨੇ ਮੈਂ ਇਹੀ ਸਵਾਲ ਕਰਦਾ ਪਹਿਲਾਂ ਸਮਝੋ, ਜੇ ਤਾਂ ਸਮਝ ਸਕਦੇ ਹੋ ਸਮਝੋ, ਨਹੀਂ ਤੇ ਬੇਟਾ ਫਿਰ ਤੁਹਾਡੀ ਮਰਜ਼ੀ ਹੈ। ਮੈਂ ਤੁਹਾਡੀ ਕੱਲੀ ਵਾਰ ਸਮਝ ਰਿਹਾ ਜੀ, ਸਾਰੀ ਗੱਲ ਔਰ ਸਮਝ ਰਿਹਾ। ਮੈਂ ਸਵਾਲ ਇਸ ਗੱਲ ਦਾ ਦੇਣ ਦੀ ਬਜਾਏ 40,000 ਦੀ ਕੱਟ ਲਾਤੀ ਪ੍ਰਧਾਨਗੀਆਂ ਸਾਡੀਆਂ, ਪ੍ਰਧਾਨਗੀਆਂ ਵੀ ਛੱਡੀਆਂ, ਮੰਤਰਾਲੇ ਵੀ ਛੱਡੇ, ਇਸੇ ਕਰਕੇ ਛੱਡੇ ਵੀ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਤੇ ਤੁਹਾਨੂੰ ਵੀ ਬਿਜਲੀ ਮੰਤਰੀ ਮਿਲਿਆ ਸੀਗਾ ਜਦੋਂ ਕੈਪਟਨ ਸਾਹਿਬ ਨੇ ਦਿੱਤਾ ਸੀਗਾ। ਬਿਜਲੀ ਮੰਤਰੀ ਉਦੋਂ ਸਾਨੂੰ ਆਸ ਹੋਈ ਸੀ ਕਿ ਤੁਸੀਂ ਸਾਨੂੰ ਜਵਾਬ ਦਿਓ। ਨਹੀਂ, ਸਾਨੂੰ ਉਦੋਂ ਆਸ ਪਹੁੰਚ ਗਈ ਸੀ ਜਦੋਂ ਕੈਪਟਨ ਸਾਹਿਬ ਨੇ ਉਹ ਕਿਉਂ ਨਹੀਂ ਦਿੱਤਾ? ਕਿਉਂਕਿ ਬਿਜਲੀ ਮੰਤਰੀ ਦੀ ਕੋਈ ਔਕਾਤ ਹੀ ਹੈ। ਜੀ ਸਰ, ਇਹ ਸਹੀ ਗੱਲ ਹੈ। ਮੈਂ ਦੱਸ ਦੇਣਾ ਕਿਉਂ। ਜੇ ਤਾਂ ਚੀਫ ਮਿਨਿਸਟਰ ਹੈ ਫਿਰ ਤਾਂ ਠੀਕ ਹੈ, ਨਹੀਂ ਤੇ 27 ਆਈਐਸ ਅਫਸਰ, ਉਹਨਾਂ ਦਾ ਬੋਰਡ, ਉਹ ਰਿਪੋਰਟ ਕਰਦੇ ਸਿੱਧੇ ਚੀਫ ਮਿਨਿਸਟਰ। ਮੰਤਰੀ ਤਾਂ ਬਦਲੀ ਨਹੀਂ ਕਰ ਸਕਦਾ ਕਾਕਾ, ਤਾਈਓ ਨਹੀਂ ਜਾਂਦਾ। ਇਸੇ ਕਰਕੇ ਦਿੱਤਾ ਨਾ, ਤੇ ਮੈਂ ਭਗਾ ਕੇ ਮਾਰਿਆ। ਪਰ ਉਹੀ ਗੱਲ ਹੈ, ਹੁਣ ਇਸੇ ਕਰਕੇ ਨੂੰ ਗੱਲ ਨੂੰ ਸਮਝ ਬੇਟਾ। ਇਹੀ ਮੈਂ ਤੁਹਾਨੂੰ ਸਮਝਾਉਣਾ ਆ ਕਿ ਜਦ ਤੱਕ ਤੁਸੀਂ ਸਹੀ ਬੰਦਾ ਐਤਕੀ ਸਰਕਾਰ 'ਚ ਨਹੀਂ ਲਿਆਉਂਦੇ, ਦੇਖੋ ਜਦ ਤੱਕ ਇਹ ਮਾਫੀਆ ਨਾ, ਇਹਦਾ ਨਾਤਾ ਤੁਹਾਡੇ ਨਾਲ ਆ। ਜਦ ਤੱਕ ਇਹ ਮਾਫੀਆ ਤੁਹਾਡੇ ਵੀ 25,000 ਕਰੋੜ ਉਹਨਾਂ ਦੀ ਅੰਜੇ ਬਣ ਜਾਂਦੇ। ਚਲੋ ਸਰ ਹੁਣ ਤੁਹਾਨੂੰ ਇਹ ਲੱਗਦਾ, ਡੈਡੀ ਸੁਣ ਲੈ, ਤੁਹਾਨੂੰ ਇਹ ਲੱਗਦਾ ਖਬਰ ਕਿ ਭਾਈ ਜਿਹੜੇ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਇਹ ਕਰਜ਼ਾ ਚੜਿਆ ਸਟੇਟ ਦੇ ਉੱਤੇ, ਇਹ ਤੁਸੀਂ ਨਹੀਂ ਮੋੜ ਰਹੇ, ਇਹ ਤੁਸੀਂ ਮੋੜ ਰਹੇ ਹੋ ਯਾਰ। ਤੇ ਮੈਂ ਇਸੇ ਕਰਕੇ ਕਹਿਣਾ ਕਿ ਇਹ 3-4 ਮਹੀਨੇ ਨਹੀਂ, 1 ਸਾਲ ਦੇ ਵਿੱਚ ਠੀਕ ਹੋ ਜੂ। ਜੇ ਕੋਈ ਸਰਕਾਰ ਸਟੇਟ ਦੀ ਇਨਕਮ ਦੇ ਨਾਲ ਸਰਕਾਰ ਚਲਾਓ, ਇੱਕ ਬੰਦਾ ਪੰਜਾਬ 'ਚ ਨਹੀਂ ਬਚੂਗਾ ਜਿਹਨੂੰ ਨੌਕਰੀ ਨਹੀਂ ਮਿਲੂ। ਸਾਡੇ ਦੇਖੋ ਸਾਡੇ ਮੇਰੀ ਗੱਲ ਨੂੰ ਸਮਝ ਲੈ, ਲੇਕਿਨ ਉਹਦਾ ਰਸਤਾ ਇੱਥੋਂ ਨਹੀਂ ਜਾਂਦਾ। ਉਹ ਐਦਾਂ ਪ੍ਰੋਟੈਸਟ ਨਿਰਾਸ਼ਤਾ ਦੇ ਨਾਲ ਨਹੀਂ ਜਾਂਦਾ, ਆਸ਼ਾ ਨਾਲ ਜਾਂਦਾ। ਆਸ਼ਾ ਕਿੱਦਾਂ ਨਾਲ ਜਾਂਦਾ? ਸਹੀ ਬੰਦੇ ਜਦ ਤੱਕ ਨਹੀਂ ਆਉਣਗੇ, ਪੈਸੇ ਨਹੀਂ ਸਟੇਟ ਦੇ ਖਜ਼ਾਨੇ ਜਾਣਗੇ, ਪੇ ਕਮਿਸ਼ਨ ਵੀ ਰੁਕਣਗੇ, ਨੌਕਰੀਆਂ ਵੀ ਰੁਕਣਗੀਆਂ, ਡੀਏ ਵੀ ਰੁਕਣਗੇ, ਸਭ ਰੁਕੂ। ਹੁਣ ਤੁਸੀਂ ਮੈਂ ਦੇਖੋ, ਮੈਂ ਸਮਝਾਉਣਾ, ਪੋਲਿਟਿਕਸ ਨਹੀਂ ਕਰ ਰਿਹਾ। ਹੁਣ ਪਹਿਲਾਂ ਜੂਸ ਪੀਓ, ਇਹ ਤਾਲਾ ਤੋੜੋ। ਸਰ ਮੇਰੀ ਗੱਲ ਸੁਣੋਗੇ, ਤਾਲਾ ਤੋੜਨਾ। ਔਰ ਮੈਂ ਤੁਹਾਡੀ ਅੱਜ ਹੀ ਡਿਮਾਂਡ, ਮੇਰੀ ਗੱਲ ਤਾਂ ਸੁਣੋ ਸਰ।
ਅਸੀਂ 183 ਕਰੋੜ ਦੇਣ ਨੂੰ ਨਹੀਂ ਤਿਆਰ ਨਹੀਂ ਅੱਜ ਹੀ ਤਾਲਾ ਬਣਾ ਦਿੰਦੇ ਆ ਜੀ ਤੁਸੀਂ ਐਲਾਨ ਕਰੋ ਤੁਹਾਨੂੰ ਕੱਲ ਨੂੰ ਨੌਕਰ ਮਿਲਣਗੇ 183 ਕਰੋੜ ਰੁਪਇਆ ਤੁਹਾਨੂੰ ਦੇਣ ਦੀ ਲੋੜ ਨਹੀਂ। ਅਸੀਂ ਦੇਣ ਨੂੰ ਤਿਆਰ ਸਾਨੂੰ ਮੈਂ ਕਿਹਾ ਕਿਉਂ ਦੋਗੇ? ਸਾਨੂੰ ਬੋਰਡ ਕਹਿ ਰਿਹਾ ਬੋਰਡ ਕਹਿ ਰਿਹਾ ਨਾ ਜੀ। ਬੋਰਡ ਕਹਿੰਦਾ ਤੁਸੀਂ ਸਾਡਾ ਇੱਕ ਮਿੰਟ ਸਾਡੀ ਗੱਲ ਸੁਣੋ ਇੱਕ ਮਿੰਟ ਸਿਰਫ ਇੱਕ ਮਿੰਟ। ਜਦੋਂ ਸਾਨੂੰ ਨਾ ਜਦੋਂ ਸਾਡੇ ਮਾਪਿਓ ਨੇ ਬੋਰਡ ਖੜਾ ਕੀਤਾ ਬਿਜਲੀ ਬੋਰਡ ਉਦੋਂ ਕੋਈ ਸੁਵਿਧਾ ਨਹੀਂ ਹੁੰਦੀਆਂ ਸੀ ਹੱਥਾਂ ਪੈਰਾਂ ਹੱਥਾਂ ਨਾਲ ਦੋਏ ਪੱਟਣੇ ਪੈਂਦੇ ਸੀ। ਤੁਸੀਂ ਕਹਿੰਦੇ ਹੋ ਵੀ 183 ਕਰੋੜ ਅਸੀਂ ਦੇਣ ਨੂੰ ਤਿਆਰ ਹਾਂ, ਠੀਕ ਹੈ। ਮੈਂ ਕਹਿੰਦਾ ਤੁਸੀਂ ਦੇਣ ਨੂੰ ਤਿਆਰ ਹੋ ਜਾਂ ਨਾ ਹੋ, ਮੈਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਉੱਤੇ ਚੀਫ ਮਿਨਿਸਟਰ ਕੋਲੇ ਗੱਲ ਪਹੁੰਚਾਊਂਗਾ ਵੀ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਇਹ ਨੌਕਰੀ ਦਿੱਤੀ ਜਾਵੇ, ਠੀਕ ਹੈ ਕਿ ਨਹੀਂ? ਇਹ ਦੇਖੋ ਜੇ ਤੇ ਮੇਰੇ ਕੋਲ ਐਡਮਿਨਿਸਟ੍ਰੇਟਿਵ ਪਾਵਰ ਹੋਵੇ ਤਾਂ ਮੈਂ ਹੁਣੇ ਹੀ ਨਿਰਣਾ ਲੈ ਲਾਂ, ਲੇਕਿਨ ਪਾਰਟੀ ਹੀ ਅੱਗੇ ਰეკਮੈਂਡ ਕਰਦੀ ਔਰ ਤੁਸੀਂ ਦੇਖੋਗੇ ਪਿਛਲੇ 3 ਮਹੀਨਿਆਂ 'ਚ ਮਸਲੇ ਹੱਲ ਹੋਏ, ਕਾਫੀ ਸਾਰੇ ਹੱਲ ਹੋਏ, ਠੀਕ ਹੈ ਕਿ ਨਹੀਂ? ਕੋਈ ਇਹ ਨਹੀਂ ਹੈ ਵੀ 25 ਸਾਲ ਦੀਆਂ ਕੁਰੀਤੀਆਂ 2 ਮਹੀਨਿਆਂ ਦੇ ਵਿੱਚ ਹੀ ਐ ਦੂਰ ਹੋ ਜਾਣਗੀਆਂ। ਚਲੋ ਸਰ ਟਾਈਮ ਤਾਂ ਹੌਲੀ ਕਰਕੇ ਸਾਰਾ ਕੁਝ ਸੁਲਝਾਵਾਂ, ਠੀਕ ਹੈ। ਜੇ ਕੋਈ ਮਨਸ਼ਾ ਨਾ ਹੋਵੇ ਤੇ ਮੈਂ ਇੱਥੇ ਆ ਕੇ ਕੋਈ ਖੜਦਾ ਨਹੀਂ, ਸਹੀ ਗੱਲ ਠੀਕ ਹੈ। ਤੇ ਤੁਹਾਨੂੰ ਰਾਤ ਨੂੰ ਕਿਉਂ ਸਮਝਾਵਾਂ ਤੇ ਫਿਰ ਤੁਹਾਡੀ ਉਹ ਲੜਾਈ ਕਿਉਂ ਲੜਦਾ? ਸਾਨੂੰ ਸਮਝੋ ਬੇਟਾ, ਦੇਖੋ ਇਸ ਗੱਲ ਨੂੰ ਉਲਝਾਣਾ ਹੋਵੇ ਜਿੰਨਾ ਮਰਜ਼ੀ ਉਲਝਾਈ ਜਾਓ, ਜੋ ਮਰਜ਼ੀ ਕਰੀ ਜਾਓ, ਲੇਕਿਨ ਜਦੋਂ ਮੈਂ ਸੁਣਨ ਨੂੰ ਤਿਆਰ ਔਰ ਲੜਾਈ ਉਹ ਤੁਹਾਡੀ ਬਸ ਲੜਦਾ ਇੱਕੋ ਹੀ ਗੱਲ ਆਈ ਫਿਰ ਮੈਨੂੰ ਸਾਨੂੰ ਦੱਸੋ ਪੈਸਾ ਲਿਆ ਹੈ। ਅਸੀਂ 183 ਕਰੋੜ ਵਾਪਸ ਕਰਨ ਨੂੰ ਤਿਆਰ ਹੈ ਇਹ ਬੋਝ ਨਹੀਂ ਪਾਉਂਦੇ ਸਰਕਾਰ ਦੇਖੋ ਮੇਰੀ ਗੱਲ ਨੂੰ ਸੁਣੋ। ਮੈਂ ਕਿਸੇ ਨਾਲ ਕੋਲ ਦੀ ਕੋਲ ਫਾਇਰ ਪਈ ਹੈ ਤੁਹਾਡਾ ਇੱਕ ਫੋਨ ਹੀ ਕਰਾ ਸਾਡਾ ਕੰਮ ਕਰਾ ਤੁਸੀਂ ਕੱਲ ਨੂੰ ਫੋਨ ਕਰੋ ਹੁਣ ਕੰਮ ਹੋ ਜਾਏਗਾ। ਮੈਂ ਕਿਹਾ ਮੈਂ ਫੋਨ ਨਹੀਂ ਕਰੂੰ, ਮੈਂ ਉਹਦੇ ਕੋਲ ਜਾਊਂ, ਬਸ ਠੀਕ ਮੈਂ ਉਹਨੂੰ ਬੁਲਾਊਂ। ਬਸ ਠੀਕ ਫਿਰ ਜਾਂ ਉਹਨੂੰ ਬੁਲਾਊਂ ਬਹੁਤ ਮਿਹਰਬਾਨੀ ਪਾਰਟੀ ਦਾ ਪ੍ਰਧਾਨ ਆ, ਬੁਲਾਊਂ। ਬਸ ਠੀਕ ਹੋਰ ਨਾ ਕਿ ਕੰਮ ਕਰਾ ਕੇਪੀਸੀ ਨਾਲ ਕੋਲ ਦੇਖੋ ਜੀ, ਹੋਰ ਕਿਤੇ ਨਹੀਂ ਕੇਪੀਸੀ ਨਾਲ ਨੇ ਪਰ ਹੁਣ ਤੁਸੀਂ ਇੱਕ ਗੱਲ ਕਰੋ, ਹਾਂਜੀ ਹੁਣ ਆਪਦੇ ਜੂਸ ਜਸ ਪੀਓ। ਜੂਸ ਪੀ ਲੈਣੇ ਚਲੋ ਠੀਕ ਹੈ ਸਰ ਪ੍ਰੋਮਿਸ ਕਰੋ ਵੀ ਸਾਡਾ ਕੰਮ ਹੋ ਜਾਊਗਾ ਜੀ। ਮੈਂ ਨਾ ਮੈਂ ਵੈਦੇ ਪਤਾ ਕੀ ਕਰਾਂ ਸਰ ਫਿਰ ਪੀਵਾਂ ਨਾ ਮੈਂ ਵੈਦੇ ਕਰਾਂ ਨਾ ਮੈਂ ਸੌਹਾ ਖਾਵਾਂ, ਮੈਂ ਤਾਂ ਕੋਸ਼ਿਸ਼ਾਂ ਕਰਦਾ ਔਰ ਮੇਰੀਆਂ ਕੋਸ਼ਿਸ਼ਾਂ ਕਾਮਯਾਬ ਸਾਲੇ ਤੱਕ ਤਾਂ ਅਸੀਂ ਬੈਠੇ ਤੇ ਵੀ ਬੋਲੇ ਸਾਡੇ ਵਾਸਤੇ ਰੱਬ ਹੋਈ ਔਰ ਤੁਹਾਨੂੰ 2 ਦਿਨਾਂ 'ਚ ਇਸ ਗੱਲ ਬਾਰੇ ਪਤਾ ਲੱਗ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸਾਡੇ ਇਹ ਮਸਲਾ ਹੱਲ ਕਰਕੇ ਜੀ ਉਹਦੀ ਸੈੱਲ ਦਾ ਬਹੁਤ ਧੰਨਵਾਦ ਕਰਦਾ। ਸਾਨੂੰ ਖੁਸ਼ੀ ਦੀ ਗੱਲ ਹੈ ਜੀ। ਅਸੀਂ ਸਿਰਫ ਆਪਣੀ ਅਸੀਂ ਪਾਰਟੀ ਖੜੇ ਹਾਂ ਅਸੀਂ ਤਰਸ ਦੇ ਦਰ ਲੋਕ ਤਰਸ ਨਾਲ ਹੀ ਪਾਉਂਦੇ ਸਾਡਾ ਤਰਸ ਕਰੋ ਬਸ। ਅਸੀਂ ਇਕੱਠੇ ਹੋ ਤੁਸੀਂ ਦੇਖੋ ਜੀ ਤੁਸੀਂ ਨਾ ਜੋੜਾ ਫਾਟਕ ਵਾਲਿਆਂ ਦਾ ਵੀ ਹੱਲ ਕਰਾਇਆ ਜੀ, ਕਰਾਇਆ ਨਾ। ਪੂਰੀ ਉਮੀਦ ਹੈ ਸਾਡਾ ਵੀ ਕਰਾਉਂਗੇ ਸਰ ਜੀ। ਤੁਸੀਂ ਇੱਕ ਗੱਲ ਸਮਝੋ ਹਾਂਜੀ। ਕਿ ਇੱਥੇ ਕੋਈ ਲੀਡਰੀ ਕਰਨੀ ਆ ਮੈਂ ਕਿਹਨੂੰ ਕਰਨ ਦਿੱਤੀ ਹੈ? ਤੁਸੀਂ ਇਕੱਠੇ ਹੋ ਦੱਸ ਦਿਓ ਬਾਈ ਹੋ ਗਏ ਪੂਰੇ ਥੈਂਕ ਯੂ ਸਰ ਬਹੁਤ ਧੰਨਵਾਦ। ਤੇ ਮੈਂ ਤੁਸੀਂ ਇੱਕ ਕੰਮ ਕਰੋ, ਇੱਕ ਰਿਟਰਨ ਐਪਲੀਕੇਸ਼ਨ ਮੇਰੇ ਕੋਲ ਘਰੇ ਪਹੁੰਚਾ ਦਿਓ। ਕੌਣ ਲੈ ਕੇ ਆਊਗਾ? ਤੇ ਮੈਨੂੰ ਦੇ ਤੇ ਮੈਂ ਇਹ ਪਹੁੰਚਾਉਣਾ, ਜਿੰਨੀ ਮੈਂ ਮਦਦ ਕਰ ਸਕੂੰਗਾ ਕਰੂੰਗਾ। ਤੇ ਇੱਕ ਗੱਲ ਯਾਦ ਰੱਖਿਓ, ਇਹ ਤਾਕਤ ਸਹੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ ਜੀ ਸਰ। ਕਿਉਂਕਿ ਜੇ ਪੰਜਾਬ ਦੇ ਹੱਕਾਂ ਤੇ ਐਤਕੀ ਸਹੀ ਪਹਿਰਾ ਨਾ ਦਿੱਤਾ ਤੇ ਫੇਰ ਇਹ ਰਹਿਣ ਜੋਗਾ ਅਸੀਂ ਸਰ ਜੀ ਸੌ ਖਾਣੇ ਅਸੀਂ ਸੌ ਖਾਣੇ ਜੀ ਤੁਹਾਡੇ ਨਾਲ ਆ ਸਰ, ਮੇਰੀ ਗੱਲ ਸੁਣੋ। ਪੂਰੇ ਪੰਜਾਬ ਸਾਰੇ ਬੰਦੇ ਬੈਠੇ ਪੂਰੇ ਪੰਜਾਬ 'ਚ ਸਰ ਮੇਰੀ ਗੱਲ ਅਸੀਂ ਤੁਹਾਡੇ ਨਾਲ ਆ ਜੀ। ਸਰ ਮੇਰੀ ਤੁਸੀਂ ਮੇਰੇ ਨਾਲ ਹੋ, ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਹੱਕਾਂ ਲਈ ਮੈਂ ਲੜਾਈ ਲੜੂੰ। ਉੱਤਰ ਜੋ ਥੱਲੇ ਤੁਹਾਡੇ ਖਾਤਰ ਆਜੂ ਤੇ ਸਰ ਤੁਸੀਂ ਜਾਣਾ ਗੱਡੀ 'ਚ ਬੜਾ ਉਹ ਜਾਣਾ ਮੈਂ ਕਿਹਾ ਮੇਰੀ ਗੱਲ ਲਿਖੋ ਸਿੱਧੀ ਕਿਤੇ ਨਹੀਂ ਜਾਣਾ ਹੂੰ, ਮੈਂ ਕਿਤੇ ਨਹੀਂ ਜਾਣਾ ਹੂੰ, ਇੱਥੇ ਹੀ ਰਹਿਣਾ ਹੂੰ। ਤੇ ਤੁਸੀਂ ਲੈਟ ਨਾ 1 ਮਿੰਟ ਲੱਗੂ ਲੈ ਕੇ ਜਾਣਾ ਕੋਈ ਨਾ ਦੇ ਦਾਂਗੇ ਯਾਰ ਬੇਨਤੀ ਨਾਲ ਲੈ ਕੇ ਜਾਣਾ। ਉਹ ਕਿਉਂ ਕਾਲਾ ਪਿਆ ਜੇ ਮੈਂ ਤੇਰੇ ਨਾਲ ਪਿਆ ਕਰ ਤੇ ਮੈਂ ਦੁਪਹਿਰੀ 1 ਵਜੇ ਜਾਣਾ ਹੈ। ਠੀਕ ਹੈ 12 ਵਜੇ ਤੋਂ ਪਹਿਲਾਂ ਮੇਰੇ ਕੋਲ ਚਿੱਠੀ ਆ ਜਾਊਗੀ, ਤੁਹਾਡੀ ਚਿੱਠੀ ਲੈ ਕੇ। ਤੇ ਇਸ ਕਰਕੇ ਹੁਣ ਜੂਸ ਜਾਸ ਪੀਓ, ਇਹ ਤਾਲਾ ਖੋਲੋ ਯਾਰ। ਤਾਲਾ ਇਹ ਤਾਲਾ ਕਹਿੰਦਾ ਜਵਾਨੀ ਲੈਟਰ ਤੋਂ ਬਾਅਦ ਹੀ ਖੁੱਲੂਗਾ ਜੀ। ਫੇਰ ਨਾ ਕਿਉਂ ਤੁਹਾਡੇ ਹੱਥੋਂ ਜੋ ਜਵਾਨੀ ਲੈਟਰ ਸਰ ਲਵਾਂਗਾ ਬਾਲਾ ਜੀ ਤੁਹਾਡੇ ਨਾਲ ਬਾਲਾ ਨਹੀਂ ਤੁਹਾਨੂੰ ਫੇਰ ਨਾ ਕਿ ਸਿੱਧੂ ਨੇ ਸ਼ੇਰ ਨਹੀਂ ਸੁਣਾਇਆ, ਮੈਂ ਸ਼ੇਰ ਵੀ ਸੁਣਾਇਆ। ਟੁੱਟ ਗਈਆਂ ਨੇ ਜੰਜੀਰਾਂ, ਤਾਲੇ ਖੁੱਲ ਜਾਣਗੇ, ਜਿਹੜੇ ਆਮ ਪੰਜਾਬ ਦੇ ਵਸਨੀਕਾਂ ਨਾਲ ਟਕਰਾਉਣਗੇ ਕੱਖਾਂ ਵਾਂਗ ਰੁੜ ਜਾਣਗੇ। ਜੋ ਲੈ